सर उन्होंने ਜਿਹੜੇ ਪ੍ਰੋਮਿਸ ਕੀਤੇ ਸੀਗੇ ਉਹ ਕੋਈ ਪ੍ਰੋਮਿਸ ਪੂਰੇ ਨਹੀਂ ਹੋਏ। ਉਹਨਾਂ ਨੇ ਕਿਹਾ ਸੀਗਾ ਮੋਬਾਈਲ ਦਿੱਤੇ ਜਾਣਗੇ ਬੱਚਿਆਂ ਨੂੰ, ਘਰ ਘਰ ਨੌਕਰੀ ਦਿੱਤੀ ਜਾਏਗੀ। ਉਹ ਕੋਈ ਵੀ ਵਾਅਦਾ ਉਹਨਾਂ ਦੇ ਵਿੱਚੋਂ ਮੈਂ ਸਮਝਦਾ ਪੂਰਾ ਨਹੀਂ ਹੋਇਆ। ਲੋਕਾਂ ਦੇ ਨਾਲ ਆ ਕੇ ਖੜੇ ਹੁੰਦੇ ਪਰ ਉਹ ਖੁਦ ਹੀ ਕੁਆਰੰਟਾਈਨ ਹੋ ਗਏ। ਇਹ ਸਾਰੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਸੀਗੇ ਲੁਪਤ ਹੋ ਗਏ ਸੀਗੇ। ਪਹਿਲੀ ਗੱਲ ਤਾਂ ਜਿਹੜੀ ਪਹਿਲੀ ਦੀ ਸਕੀਮਾਂ ਨੇ ਉਹ ਹੀ ਨਹੀਂ ਲਾਗੂ ਹੋ ਪਈਆਂ। ਪੈਨਸ਼ਨ ਦਾ ਮੁੱਦਾ ਲਾ ਲਓ, ਸੜਕਾਂ ਦਾ ਮੁੱਦਾ ਲਾ ਲਓ। ਹੁਣ ਸੜਕਾਂ ਇਹਨਾਂ ਨੇ ਹੁਣ ਬਣਾਈਆਂ। ਇੱਥੇ ਜਿਹੜਾ ਦਿੱਲੀ ਨਹੀਂ ਸਾਂਭੀ, ਇੱਥੇ ਕੀ ਸਾਂਭੂਗੇ ਪੰਜਾਬ ਨੂੰ। ਤੇ ਜਿਹੜੇ ਸਾਡੇ ਵਿਧਾਇਕ ਰਜਿੰਦਰ ਬੇਰੀ ਜੀ, ਇਹਨਾਂ ਨੇ ਸੜਕ ਉੱਥੇ ਬਣਾਤੀ, ਮਹੂਰਤ ਕਰਤਾ, ਸੜਕ ਬਣੀ ਨਹੀਂ, ਟੋਏ ਪਾਏ ਪਏ। ਕੱਲ੍ਹ ਹੀ ਫੋਟੋ ਖਿੱਚ ਕਰਕੇ ਤੁਹਾਡੇ ਭਰਾ ਦੇਖੋ ਭਾਜੀ, ਜਿੱਥੋਂ ਤੱਕ ਲੱਗਦਾ ਲਾਰਿਆਂ ਵਿੱਚ ਹੀ ਰਹਿ ਗਿਆ ਕੰਮ ਸਾਰਾ। ਸਾਡਾ ਜਿਹੜਾ ਕੰਮਕਾਰ ਸੀ ਟਰਾਂਸਪੋਰਟ ਦਾ ਕੰਮ ਹੈ, ਸਕੂਲਾਂ ਦਾ, ਅਸੀਂ ਅੱਜ ਵੀ ਭੁੱਖੇ ਮਰ ਰਹੇ ਹਾਂ ਤੇ ਹੁਣ ਵੀ ਭੁੱਖੇ ਹੀ ਚੱਲ ਰਹੇ ਹਾਂ। ਇਲੈਕਸ਼ਨ ਹੁੰਦੇ ਨੇ ਉਹਦੇ ਸਾਨੂੰ ਜਿਹੜੇ ਵਿਧਾਇਕ ਨਜ਼ਰ ਆਉਂਦੇ ਨੇ, ਉਸ ਤੋਂ ਬਾਅਦ ਸਾਨੂੰ ਕੋਈ ਵਿਧਾਇਕ ਨਜ਼ਰ ਨਹੀਂ ਆਉਂਦਾ। ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਹੁਣ ਅਸੀਂ ਆਏ ਹਾਂ ਜਲੰਧਰ ਦੇ ਸੈਂਟਰ ਹਲਕੇ ਦੇ ਵਿੱਚ, ਜਿੱਥੇ ਵਿਧਾਇਕ ਰਜਿੰਦਰ ਬੇਰੀ ਜੀ ਨੇ। ਸੋ ਆਪਾਂ ਲੋਕਾਂ ਨਾਲ ਇੱਥੇ ਗੱਲਬਾਤ ਕਰਾਂਗੇ ਕਿ ਉਹ ਆਪਣੀਆਂ ਜਿਹੜੇ ਕੰਮਾਂ ਕਾਰਾਂ 'ਤੇ ਕਿੰਨੇ ਕੁ ਖਰੇ ਉਤਰੇ ਨੇ, ਲੋਕਾਂ ਨੂੰ ਮਿਲਣਸਾਰ ਨੇ ਕਿ ਕਈਆਂ ਲੋਕਾਂ ਦੇ ਵਿੱਚ ਉਹਨਾਂ ਦੇ ਕੋਈ ਰੋਸ, ਉਹਨਾਂ ਦੇ ਪ੍ਰਤੀ ਕੋਈ ਰੋਸ ਹੈ ਜਾਂ ਕਈ ਲੋਕ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹਨ। ਸੋ ਲੋਕਾਂ ਦੇ ਵਿਚਾਰ ਲੈਣ ਲਈ ਆਪਾਂ ਏਰੀਆ ਦੇ ਵਿੱਚ ਆਏ ਹਾਂ। ਸੋ ਗੱਲਬਾਤ ਕਰਾਂਗੇ ਇੱਥੇ ਦੇ ਲੋਕਾਂ ਨਾਲ। ਸਰ 2022 ਦੇ ਇਲੈਕਸ਼ਨ ਜਿਵੇਂ ਨਜ਼ਦੀਕ ਆ ਰਹੇ ਆ, ਤੁਸੀਂ ਕਿਹੜੀ ਸਰਕਾਰ ਨੂੰ ਸੱਤਾ ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਦੇਖੋਗੇ? ਦੇਖੋ ਜੀ, ਸਰਕਾਰ ਉਹ ਚਾਹੀਦੀ ਹੈ ਜਿਹੜੀ ਲਾਰਿਆਂ ਤੋਂ ਬਗੈਰ ਸਰਕਾਰ ਹੋਵੇ ਤੇ ਆਪਾਂ ਨੂੰ ਭ੍ਰਸ਼ਟਾਚਾਰ ਮੁਕਤ, ਨਸ਼ਾ ਮੁਕਤ ਸਮਾਜ 'ਚ ਰਹਿਣ ਦੀ, ਇੱਜ਼ਤ ਨਾਲ ਲੜਕੀਆਂ ਨੂੰ ਦੇਵੇ। ਸੋ ਆਪਾਂ ਗੱਲਬਾਤ ਕਰੀਏ, ਤੁਹਾਡੇ ਜਿਹੜੇ ਇੱਥੇ ਦੇ ਵਿਧਾਇਕ ਸੀਗੇ ਕਿ ਉਹਨਾਂ ਨੂੰ ਤੁਸੀਂ ਵੋਟ ਪਾ ਕੇ ਦੁਬਾਰਾ ਸੱਤਾ ਦੇ ਵਿੱਚ ਲਿਆ ਕੇ ਉਹਨਾਂ ਨੂੰ ਇੱਥੇ ਸਪੋਰਟ ਨਹੀਂ ਕਰੋਗੇ ਉਹਨਾਂ ਨੂੰ? ਸਰ ਉਹਨਾਂ ਨੇ ਜਿਹੜੇ ਪ੍ਰੋਮਿਸ ਕੀਤੇ ਸੀਗੇ ਉਹ ਕੋਈ ਪ੍ਰੋਮਿਸ ਪੂਰੇ ਨਹੀਂ ਹੋਏ। ਉਹਨਾਂ ਨੇ ਕਿਹਾ ਸੀਗਾ ਮੋਬਾਈਲ ਦਿੱਤੇ ਜਾਣਗੇ ਬੱਚਿਆਂ ਨੂੰ, ਘਰ ਘਰ ਨੌਕਰੀ ਦਿੱਤੀ ਜਾਏਗੀ। ਉਹ ਕੋਈ ਵੀ ਵਾਅਦਾ ਉਹਨਾਂ ਦੇ ਵਿੱਚੋਂ ਮੈਂ ਸਮਝਦਾ ਪੂਰਾ ਨਹੀਂ ਹੋਇਆ। ਸਿਰਫ ਲੋਲੀਪੌਪ ਦਿੱਤੇ ਗਏ ਆ ਔਰ ਲੋਲੀਪੌਪ ਸਰਕਾਰ ਨੂੰ ਦੁਬਾਰਾ ਲਿਆਉਣਾ ਲੋਲੀਪੌਪ ਹੀ ਕਿਹਾ ਜਾਏਗਾ। ਸਾਡੇ ਇੱਥੇ ਦੇ ਵਿਧਾਇਕ ਦੀ ਗੱਲ ਕਰੀਏ ਆਪਾਂ ਕਿ ਉਹ ਲੋਕਡਾਊਨ ਕਰੋਨਾ ਟਾਈਮ ਸੀਗਾ, ਮਾੜਾ ਸਮਾਂ ਸੀਗਾ ਸਾਰਿਆਂ ਦੇ ਲਈ, ਉਹਨਾਂ ਦੇ ਵਿੱਚ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਇੱਥੇ? ਸਰ ਸਾਥ ਦੀ ਗੱਲ ਇੱਦਾਂ ਹੁੰਦੀ ਆ ਕਿ ਉਸ ਟਾਈਮ ਲੋਕਾਂ ਦੇ ਨਾਲ ਆ ਕੇ ਖੜੇ ਹੁੰਦੇ ਪਰ ਉਹ ਖੁਦ ਹੀ ਕੁਆਰੰਟਾਈਨ ਹੋ ਗਏ। ਇਹ ਸਾਰੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਸੀਗੇ ਲੁਪਤ ਹੋ ਗਏ ਸੀਗੇ, ਦਿਖ ਨਹੀਂ ਸੀ ਰਹੇ ਕੋਈ ਵੀ। ਜਦ ਕਿ ਵਿਪਕਸ਼ ਵਾਲੇ ਸ਼ਰੇਆਮ ਫਿਰ ਰਹੇ ਸੀਗੇ, ਕਰੋਨਾ ਦੇ ਟਾਈਮ ਲੋਕਾਂ ਦੀ ਹੈਲਪ ਕਰ ਰਹੇ ਸੀਗੇ, ਪਰ ਇਹਨਾਂ ਦੇ ਬੰਦੇ ਕੋਈ ਵੀ ਦੇਖੇ ਨਹੀਂ ਗਏ। ਦੇਖੋ ਜੀ, ਜਿਹੜਾ ਵਿਕਾਸ ਕਰੇਗੀ ਔਰ ਜਿਹੜਾ ਲੋਕਾਂ ਦੇ ਭਲੇ ਲਈ ਸਕੀਮਾਂ ਲੈ ਕੇ ਆਏਗੀ, ਠੀਕ ਨਹੀਂ ਗੱਲ। ਹੁਣ ਜਿਹੜੀਆਂ ਸਕੀਮਾਂ ਚੱਲ ਰਹੀਆਂ, ਜਿਹੜੀਆਂ ਪਹਿਲੀ ਗੱਲ ਤਾਂ ਜਿਹੜੀ ਪਹਿਲੀ ਦੀ ਸਕੀਮਾਂ ਨੇ ਉਹ ਹੀ ਨਹੀਂ ਲਾਗੂ ਹੋ ਪਈਆਂ। ਪੈਨਸ਼ਨ ਦਾ ਮੁੱਦਾ ਲਾ ਲਓ, ਸੜਕਾਂ ਦਾ ਮੁੱਦਾ ਲਾ ਲਓ। ਹੁਣ ਸੜਕਾਂ ਇਹਨਾਂ ਨੇ ਹੁਣ ਬਣਾਈਆਂ, ਉਹ ਖੰਡੀਆਂ ਵੀ ਸ਼ੁਰੂ ਹੋ ਗਈਆਂ, ਠੀਕ ਹੈ ਨਾ। ਅਤੇ ਕੁੱਲ ਮਿਲਾ ਕੇ ਫੇਲ ਹੈ, ਠੀਕ ਹੈ ਨਾ। ਨਾ ਕੋਈ ਕੁੜੀਆਂ ਵਾਸਤੇ ਕੋਈ ਸਕੀਮ ਆ। ਹੁਣ ਕਹਿੰਦੇ ਜੀ 2000 ਰੁਪਏ ਅਸੀਂ ਦੇਵਾਂਗੇ। 2000 ਰੁਪਏ ਇਹਨਾਂ ਨੇ ਕਿੱਥੋਂ ਦੇਣਾ? 1,25,000 ਕਰੋੜ ਦਾ ਬਜਟ ਹੈ, ਉਹ 1,25,000 ਕਰੋੜ ਰੁਪਇਆ ਬਣਦਾ, ਠੀਕ ਹੈ ਨਾ। ਅਤੇ ਕਿੱਥੋਂ ਦੇਣਾ? ਇਹਨਾਂ ਦਾ ਬਜਟ ਹੀ ਨਹੀਂ ਹੈਗਾ ਪੰਜਾਬ ਸਰਕਾਰ ਦਾ। ਤੁਸੀਂ ਆਪ ਸੁਣਿਆ, ਇਹ ਤਾਂ ਲੋਲੀਪੌਪ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ। ਪਹਿਲੇ ਮੋਬਾਈਲ ਫੋਨ, ਇਹ ਲੈਪਟਾਪ, ਇਹ ਉਹ ਕਿੰਨਾ ਕੁਛ ਕਿਹਾ, ਇਹਨਾਂ ਨੇ ਕੱਖ ਨਹੀਂ ਦਿੱਤਾ। ਪਹਿਲੇ ਸਰਕਾਰ, ਇਸ ਤੋਂ ਸਭ ਤੋਂ ਪਹਿਲੇ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਸਾਈਕਲਾਂ ਕਈਆਂ ਸੀਗੀਆਂ ਦਿੱਤੀਆਂ, ਕੰਮ ਕੀਤੇ ਸੜਕਾਂ ਦੇ ਉੱਤੇ, ਠੀਕ ਨਹੀਂ ਗੱਲ ਹੈ। ਲੋਕਡਾਊਨ ਲੱਗਾ, ਲੋਕਡਾਊਨ ਦੇ ਵਿੱਚ ਵਿਪਕਸ਼ੀ ਪਾਰਟੀ ਸਰਕਾਰਾਂ ਕਿਹੜੀਆਂ ਜਿਹੜੀਆਂ ਤੁਸੀਂ ਗੱਲ ਕਰਦੇ ਆ ਕਿ ਉਹਨਾਂ ਨੇ ਅਕਾਲੀ ਬੀਜੇਪੀ ਸਰਕਾਰ ਸੀਗੀ, ਉਹਨਾਂ ਨੇ ਸਾਈਕਲਾਂ ਵੰਡੀਆਂ ਕੁੜੀਆਂ ਲਈ, ਠੀਕ ਹੈ। ਉਹ ਕੰਨਿਆ ਯੋਜਨਾ ਚਲਾਈ, ਠੀਕ ਨਾ। ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ, ਠੀਕ ਹੈ ਨਾ। ਅਤੇ ਕਹਿਣ ਦਾ ਭਾਵ ਇਹ ਹੈਗਾ ਕਿ ਸਰਕਾਰ ਜਿਹੜੀ ਵਿਕਾਸ ਕਰੇਗੀ, ਠੀਕ ਹੈ ਨਾ। ਉਹ ਸਾਡੇ ਹਲਕੇ ਦੇ ਵਿੱਚ, ਮੈਂ ਖੁਦ ਬੀਜੇਪੀ ਤੋਂ ਬਿਲੋਂਗ ਕਰਦਾ ਹਾਂ, ਸਾਡੇ ਹਲਕੇ ਦੇ ਵਿੱਚ ਹਮੇਸ਼ਾ ਜਦੋਂ ਵੀ ਵਿਕਾਸ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਸ਼੍ਰੀ ਮਨੋਰੰਜਨ ਕਾਲੀਆ ਜੀ ਨੇ ਕੀਤਾ, ਉਹਨਾਂ ਦੇ ਨੇਤਰਤਵ ਦੇ ਵਿੱਚ ਅੱਜ ਤੱਕ ਕੋਈ ਕੰਮ ਨਹੀਂ ਰੁਕਿਆ ਸਾਡਾ। ਬਥੇਰੀਆਂ ਅਸੀਂ ਪੈਨਸ਼ਨਾਂ ਲਵਾਈਆਂ ਲੋਕਾਂ ਦੀਆਂ, ਬੁਢਾਪਾ ਪੈਨਸ਼ਨਾਂ ਲਵਾਈਆਂ, ਵਿਧਵਾ ਪੈਨਸ਼ਨਾਂ ਲਵਾਈਆਂ, ਠੀਕ ਹੈ ਨਾ। ਜਿਹੜੇ ਹੋਰ ਵੀ ਅੱਗੇ ਜਿਹੜੇ ਅਸੀਂ ਕੋਈ ਕੰਮ ਪੈਂਡਿੰਗ ਹੈ, ਅਸੀਂ ਉਹ ਵੀ ਜਿਹੜੇ ਰਹਿ ਗਏ ਉਹ ਵੀ ਪੂਰੇ ਕਰਾਂਗੇ। ਜਿਹੜੇ ਇਹਨਾਂ ਨੇ ਇਸ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ, ਅਸੀਂ ਉਹ ਵਾਅਦੇ ਨਹੀਂ ਕਰਦੇ, ਕਿਉਂਕਿ ਸਾਨੂੰ ਪਤਾ ਹੈਗਾ ਕਿ ਪੰਜਾਬ ਦਾ ਬਜਟ ਕੀ ਹੈ। ਪੰਜਾਬ ਪਹਿਲੇ ਹੀ ਕਰਜ਼ੇ ਦੇ ਵਿੱਚ ਡੁੱਬਿਆ ਪਿਆ। ਹਰ ਇਨਸਾਨ, ਹਰ ਇੱਕ ਵਰਗ ਜਿਹੜਾ ਨਾਗਰਿਕ ਹੈ ਪੰਜਾਬ ਦਾ 4 ਤੋਂ 5 ਹਜ਼ਾਰ ਦੇ ਵਿੱਚ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਵਾ, ਠੀਕ ਹੈ ਨਾ। ਇਹ ਸਕੀਮਾਂ ਕਿੱਥੋਂ ਦੇਣਗੇ ਦੱਸੋ? ਅਤੇ ਕਿੱਥੋਂ 1000 ਰੁਪਏ ਦੇਣਗੇ ਇੱਕ ਲੇਡੀਜ਼ ਨੂੰ, ਹੈ ਨਾ। ਇਹ ਤਾਂ ਸਾਡੀਆਂ ਭੈਣਾਂ ਨੂੰ, ਮਾਤਾਵਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਹੈ। ਚੋਣਾਂ ਇੱਥੇ ਇਸ ਟਾਈਮ ਮਾਹੌਲ ਖਿਚੜੀ ਬਣੀ ਪਈ ਪੂਰੀ, ਕੋਈ ਸਮਝ ਹੀ ਕੋਈ ਨਹੀਂ ਕਿਹਨੇ ਕਰਨਾ, ਪਰ ਕਰਨਾ ਉਹਨੇ ਹੀ ਹੈ ਜਿਹਨੇ ਪਹਿਲਾਂ ਕੁਛ ਕੀਤਾ। ਜਿਹੜਾ ਆਪਾਂ ਪਰਖਿਆ ਨੇਤਾ, ਸਾਡਾ ਪਰਖਿਆ ਨੇਤਾ ਜਿਹਨੂੰ ਉਹ ਹੀ ਕਰ ਸਕਦਾ। ਜਿਹੜੇ ਨਵੇਂ ਇੱਧਰੋਂ ਉੱਧਰੋਂ ਆ ਰਹੇ, ਦਿੱਲੀੋਂ ਭੱਜ ਕੇ ਆ ਰਹੇ ਇੱਥੇ, ਜਿਹੜਾ ਦਿੱਲੀ ਨਹੀਂ ਸਾਂਭੀ, ਇੱਥੇ ਕੀ ਸਾਂਭੂਗੇ ਪੰਜਾਬ ਨੂੰ।
ਤੇ ਜਿਹੜੇ ਸਾਡੇ ਵਿਧਾਇਕ ਰਜਿੰਦਰ ਬੇਰੀ ਜੀ ਇਹਨਾਂ ਨੇ ਸੜਕ ਉੱਥੇ ਬਣਾਤੀ, ਮਹੂਰਤ ਕਰਤਾ, ਸੜਕ ਬਣੀ ਨਹੀਂ, ਟੋਏ ਪਾਏ ਪਏ। ਕੱਲ੍ਹ ਵੀ ਫੋਟੋ ਖਿੱਚ ਕਰਕੇ ਤੁਹਾਡੇ ਭਰਾ ਰਿਪੋਰਟਰ ਆਏ ਸੀ। ਝਾਂਸੀ ਕਲੋਨੀ ਦੀ ਸੜਕ ਹੈ, ਉਹ ਬਣਿਆ ਪਿਆ, ਉੱਥੇ ਇਹਨਾਂ ਨੇ ਆਪਣਾ ਲਾਤਾ, ਕੁਛ ਨਹੀਂ ਕੀਤਾ, ਨੀਂਹ ਪੱਥਰ ਕਰ ਗਏ, ਰੱਖ ਗਏ, ਉੱਥੇ ਕੁਛ ਬਣਿਆ ਹੀ ਨਹੀਂ, ਉਹਦੇ ਟੁੱਟੀ ਪਈ। ਜੇ ਇਹਨਾਂ ਨੇ ਕੁਝ ਕੀਤਾ ਨਹੀਂ, ਹੁਣ ਦੁਬਾਰਾ ਲੋਕਾਂ ਤੋਂ ਵੋਟਾਂ ਲੈਣ ਕਿਉਂ ਜਾਂਦੇ ਨੇ ਇਹ ਲੋਕ? ਇਹਨਾਂ ਨੂੰ ਸੋਚਣਾ ਚਾਹੀਦਾ, ਅਸੀਂ ਕੁਝ ਕੀਤਾ ਨਹੀਂ, ਕਿਹੜਾ ਮੂੰਹ ਲੈ ਕੇ ਜਾਵਾਂਗੇ ਉੱਥੇ? ਇਹਨਾਂ ਦੇ ਨਾਲ ਜਿਹੜੇ ਹੁੰਦੇ ਉਹ ਸੱਜੇ ਖੱਬੇ ਉਹੀ ਕਹਿੰਦੇ ਤੁਸੀਂ ਬਹੁਤ ਕੁਛ ਕੀਤਾ, ਬਹੁਤ ਕੁਛ ਕੀਤਾ। ਉਹਨਾਂ ਵਾਸਤੇ ਕੀਤਾ ਹੋਊਗਾ, ਜੇ ਪਬਲਿਕ ਵਾਸਤੇ ਕੀਤਾ ਫਿਰ ਇਹਨਾਂ ਨੂੰ ਘਰ ਆਉਣ ਦੀ ਲੋੜ ਹੀ ਨਹੀਂ ਹੈਗੀ। ਜਿਨ੍ਹਾਂ ਨੇ ਪਬਲਿਕ ਵਾਸਤੇ ਕੁਛ ਕੀਤਾ ਉਹਨਾਂ ਨੂੰ ਘਰ ਆਉਣ ਦੀ ਲੋੜ ਹੀ ਨਹੀਂ ਹੈਗੀ। ਜੇ ਆਪਾਂ ਪਬਲਿਕ ਵਾਸਤੇ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਜੇ ਕੁਛ ਕੀਤਾ ਹੋਊਗਾ ਤਾਂ ਹੀ ਹੈ ਨਾ, ਤੇ ਜੇ ਕੀਤਾ ਹੀ ਨਹੀਂ ਤੇ ਫਿਰ ਕੀ ਕਰੋਗੇ? ਕਿਹੜੀ ਸਰਕਾਰ ਨੂੰ ਸੱਤਾ ਦੇ ਵਿੱਚ ਦੇਖਣਾ ਚਾਹੁੰਦੇ ਹੋ ਕਿ ਉਹ ਵੋਟਾਂ ਦੇ ਟਾਈਮ ਦੇ ਵਿੱਚ ਇੱਥੇ ਆਪਣੇ ਪੈਰ ਜਮਾ ਸਕਦੀ ਹੈ? ਦੇਖੋ ਜੀ, ਉੱਤੇ ਤੁਹਾਡੀ ਮੋਦੀ ਜੀ ਦੀ ਸਰਕਾਰ ਹੈਗੀ ਆ, ਵਧੀਆ ਕੰਮ ਤੇ ਵਰਲਡ ਲੈਵਲ ਤੇ ਨਾਮ ਹੈਗਾ, ਵਰਲਡ ਲੈਵਲ ਤੇ ਕੰਮ ਕੀਤੇ। ਥੋੜ੍ਹਾ ਜਿਹਾ ਕਿਸਾਨਾਂ ਦਾ ਮੁੱਦਾ ਖਰਾਬ ਹੋ ਗਿਆ, ਚਲੋ ਠੀਕ ਆ, ਨਹੀਂ ਉਹਨਾਂ ਨੇ ਸਮਝ ਲੱਗੀ ਜਾਂ ਕਿਸਾਨ ਭਰਾ ਨਹੀਂ ਸਮਝ ਸਕੇ ਤੇ ਉਹ ਥੋੜ੍ਹਾ ਜਿਹਾ ਕੰਮ ਆਪਾਂ ਮੰਨਦੇ ਆ, ਲੇਕਿਨ ਫਿਰ ਵੀ ਉਹਨਾਂ ਨੇ ਸਮਝੌਤਾ ਸਾਰਾ ਕਰਕੇ ਠੀਕ ਕੀਤਾ, ਉਸ ਚੀਜ਼ ਨੂੰ ਹੱਲ ਕਰ ਦਿੱਤਾ। ਦੇਖੋ ਭਾਜੀ, ਜਿੱਥੋਂ ਤੱਕ ਲੱਗਦਾ ਲਾਰਿਆਂ ਵਿੱਚ ਹੀ ਰਹਿ ਗਿਆ ਕੰਮ ਸਾਰਾ, ਧੋਖੇਧੜੀ ਵਿੱਚ ਹੀ ਰਹਿ ਗਏ ਆ, ਖਾਸ ਕਰਕੇ ਸਾਡੇ ਜਿਹੜੇ ਮਿਡਲ ਕਲਾਸ ਦੇ ਬੰਦੇ ਨੇ। ਕਿਉਂਕਿ ਸਾਡਾ ਜਿਹੜਾ ਕੰਮਕਾਰ ਸੀ ਟਰਾਂਸਪੋਰਟ ਦਾ ਕੰਮ ਹੈ, ਸਕੂਲਾਂ ਦਾ, ਅਸੀਂ ਅੱਜ ਵੀ ਭੁੱਖੇ ਮਰ ਰਹੇ ਹਾਂ ਤੇ ਹੁਣ ਵੀ ਭੁੱਖੇ ਹੀ ਚੱਲ ਰਹੇ ਹਾਂ। ਕਿਸੇ ਨੇ ਆ ਕੇ ਨਹੀਂ ਸਾਡਾ ਪੁੱਛਿਆ ਕਿ ਤੁਸੀਂ ਮੇਰਾ ਵੀਰ ਜੀ ਗੱਡੀਆਂ ਦੇ ਟੈਕਸ ਕੀ ਹੈ ਜਾਂ ਕਿਸ਼ਤਾਂ ਕੀ ਹੈ। ਆਪ ਲੇਬਰ ਕਰ ਰਹੇ ਹਾਂ ਇਸ ਟਾਈਮ। ਸੋ ਜਿਹੜੇ ਇੱਥੇ ਤੁਹਾਡੇ ਵਿਧਾਇਕ ਸੀਗੇ ਕਿ ਉਹਨਾਂ ਨੇ ਤੁਹਾਡਾ ਇੱਥੇ ਆਣ ਕੇ ਆਰਥਿਕ ਮੰਦੀ ਦੇ ਵਿੱਚ ਜਿੱਦਾਂ ਚੱਲਦੀਆਂ ਸੀਗੀਆਂ ਕਰੋਨਾ ਦੇ ਟਾਈਮ ਦੇ ਵਿੱਚ, ਉਹਨਾਂ ਨੇ ਤੁਹਾਡੇ ਕਦੇ ਹਾਲ ਚਾਲ ਨਹੀਂ ਪੁੱਛਿਆ ਇੱਥੇ ਆਣ ਕੇ? ਨਜ਼ਰ ਹੀ ਨਹੀਂ ਆਏ। ਹਾਲ ਚੱਲਦੀਆਂ ਤਾਂ ਬਹੁਤ ਬਾਅਦ ਦੀਆਂ ਗੱਲਾਂ ਆ। ਨਾ ਕੋਈ ਮਹੱਲੇ ਦਾ ਸੁਧਾਰ ਹੋਇਆ, ਨਾ ਮਿਡਲ ਕਲਾਸ ਦਾ ਕੋਈ ਸੁਧਾਰ ਹੋਇਆ। ਅਸੀਂ ਤਾਂ ਦੇਖ ਰਹੇ ਹਾਂ ਕਿ ਕਿਹੜਾ ਆਇਆ ਕਿਹੜਾ ਗਿਆ, ਸਾਡੀਆਂ ਤਾਂ ਅੱਖਾਂ ਹੀ ਤਰਸੀਆਂ ਹੋਈਆਂ। ਹਰੇਕ ਮਹੱਲੇ ਦਾ ਇਹੀ ਕਹਿਣਾ ਕਿ ਵਿਧਾਇਕ ਸਾਹਿਬ ਮਹੱਲੇ ਦੇ ਵਿੱਚ ਬੜੇ ਨਹੀਂ ਇੱਥੇ, ਤੇ ਵਿਧਾਇਕ ਸਾਹਿਬ ਰਹੇ ਕਿੱਥੇ 5 ਸਾਲ ਇਹ? ਮੇਰੇ ਖਿਆਲ ਦਾ ਜਾਂ ਤਾਂ ਹੁਣ ਸਾਡੇ ਵਰਗਾ ਮਿਡਲ ਕਲਾਸ ਬੰਦਾ ਲੇਬਰ ਕਰ ਲਵੇ ਜਾਂ ਵਿਧਾਇਕਾਂ ਨੂੰ ਲੱਭਣ ਵਾਸਤੇ ਤੁਰ ਪਵੇ। ਮੈਂ ਤਾਂ ਇਹੀ ਕਹਿ ਸਕਦਾ, ਕਿਉਂਕਿ ਸਾਡੇ ਵਰਗਿਆਂ ਨੇ ਰੋਜ਼ ਦਾ ਕਮਾਉਣਾ ਹੈ ਤੇ ਰੋਜ਼ ਦਾ ਖਾਣਾ ਹੈ। ਜੇ ਉਹਨਾਂ ਦੀ ਦਿਹਾੜੀ ਗਵਾਤੀ ਤਾਂ ਅਸੀਂ ਕਿੱਥੇ ਜਾਵਾਂਗੇ ਜੀ? ਕਿੱਦਾਂ ਲੱਭੀਏ ਉਹਨਾਂ ਨੂੰ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਕੋਈ ਤੁਹਾਨੂੰ, ਤੁਸੀਂ ਮੀਡੀਆ ਵਿੱਚ ਹੋ, ਹਰ ਟਾਈਮ ਸਭ ਪਾਸੇ ਜਾਂਦੇ, ਕੋਈ ਰਾਹ ਤੁਹਾਨੂੰ ਨਜ਼ਰ ਆਉਂਦਾ ਹੋਵੇ ਤਾਂ ਪਲੀਜ਼ ਸਾਨੂੰ ਵੀ ਦੱਸ ਦਿਓ। ਨਹੀਂ, ਹੁਣ ਗੱਲ ਕਰੀਏ, ਹੁਣ ਵੋਟਾਂ ਦਾ ਟਾਈਮ ਨੇ, ਕਿ ਹੁਣ ਵੋਟਾਂ ਦੇ ਟਾਈਮ ਦੇ ਵਿੱਚ ਵੀ ਉਹ ਤੁਹਾਡੇ ਕੋਲ ਆ ਰਹੇ ਆ ਜਾਂ ਹੁਣ ਵੀ ਕਿਤੇ ਲੁਕੇ ਹੋਏ ਨੇ? ਨਹੀਂ, ਹਜੇ ਤੱਕ ਤਾਂ ਆਏ ਨਹੀਂ। ਅੱਜ ਮੈਂ ਕਿਹਾ ਡੋਰ ਟੂ ਡੋਰ ਸੁਣਿਆ ਆ, ਹੋਇਆ ਉਹਨਾਂ ਦਾ ਬਸ਼ੀਰਪੁਰੇ ਵਿਖੇ। ਮੈਂ ਕਿਹਾ ਸਾਡੇ ਵਾਲੀ ਗਲੀ ਵਾਲ ਵੀ ਨਹੀਂ ਆਏ। ਉਹ ਤਾਂ ਅਸੀਂ ਦੇਖ ਰਹੇ ਸੀਗੇ ਕਿ ਆਏ ਕਿ ਨਹੀਂ ਆਏ। ਢੋਲ ਦੀ ਜ਼ਰੂਰ ਆਵਾਜ਼ ਸੁਣੀ ਆ, ਬੇਰੀ ਸਾਹਿਬ ਦੀ ਨਹੀਂ ਆਵਾਜ਼ ਸੁਣੀ। ਕਿਹੜੇ ਲੋਕਾਂ ਦੇ ਕੋਲ ਜਾਂਦੇ ਨੇ ਉਹ? ਐਸੇ ਜੇ ਗੱਲ ਕਰੀਏ ਕਿ ਜੇ ਤੁਹਾਡੇ ਕੋਲ ਆਮ ਲੋਕਾਂ ਨੂੰ ਨਹੀਂ ਆਣ ਕੇ ਮਿਲਦੇ ਤਾਂ ਕਿਹੜੇ ਲੋਕਾਂ ਦੇ ਕੋਲ ਜਾਂਦੇ ਹੋ? ਭਾਜੀ, ਇਹਦੇ ਨਾਲ ਮੇਰੇ ਖਿਆਲ ਤਾਂ ਚੰਗੀ ਤਰ੍ਹਾਂ ਤੁਸੀਂ ਆਪ ਹੀ ਜਾਣਦੇ ਹੋ। ਮੈਨੂੰ ਤਾਂ ਲੱਗਦਾ ਕਿ ਇਹ ਜਿਹੜੇ ਬੰਦੇ ਆ ਖਾਈ ਵਾਲੀ ਉਹੋ ਹੀ ਚੰਗੇ ਲੱਗਦੇ, ਸਾਡੇ ਵਰਗੇ ਕੰਮਕਾਰ ਵਾਲੇ ਬੰਦੇ ਨਹੀਂ ਚੰਗੇ ਲੱਗਦੇ ਹੈਗੇ। ਚੋਣਾਂ ਤਾਂ ਠੀਕ ਹੈ ਕਿ ਬਹੁਤ ਵਧੀਆ ਆ ਰਹੀ ਹੈ, ਮੈਂ ਨਹੀਂ ਕਹਿੰਦੀ ਕਿ ਮਾੜੀ ਗੱਲ ਹੈ। ਚੋਣਾਂ ਆਉਣੀਆਂ ਵਾ ਅਤੇ ਆਉਣੀਆਂ ਚਾਹੀਦੀਆਂ ਵੀ, ਲੇਕਿਨ ਜਿਹੜਾ ਮਾਹੌਲ ਹੈ ਨਾ, ਚਲੋ ਅਸੀਂ ਇਹ ਨਹੀਂ ਕਹਿੰਦੇ, ਕਾਲੀਆ ਸਾਹਿਬ ਵੀ ਠੀਕ ਚੱਲੇ ਇਸ ਬਸ਼ੀਰਪੁਰੇ ਲਈ, ਅਤੇ ਸਾਡੇ ਜੋ ਬੇਰੀ ਸਾਹਿਬ ਹੈ ਉਹਨਾਂ ਨੇ ਕੰਮ ਬਥੇਰੇ ਕੀਤੇ ਆ, ਸਾਡੇ ਇਲਾਕੇ ਦੇ ਪੂਰੇ ਕੰਮ ਉਹਨਾਂ ਨੇ ਕੀਤੇ ਆ। ਇਸ ਕੋਲ ਆਪਾਂ ਬੇਰੀ ਸਾਹਿਬ 'ਤੇ ਬਹੁਤ ਖੁਸ਼ ਹਾਂ। ਪਾਪਾ ਜੀ, ਕਈ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਇਹ ਆ ਕਿ ਬੇਰੀ ਸਾਹਿਬ ਤਾਂ ਸਾਨੂੰ ਆਣ ਕੇ ਮਿਲੇ ਵੀ ਨਹੀਂ। ਹੁਣ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ, ਇੱਥੋਂ ਢੋਲ ਦੇ ਨਾਲ ਨਿਕਲੇ ਨੇ ਇੱਧਰੋਂ, ਕਿ ਸਾਡੇ ਵੱਲ ਆਣ ਕੇ ਉਹਨਾਂ ਨੇ ਪੁੱਛਿਆ ਵੀ ਨਹੀਂ ਕਿ ਤੁਸੀਂ ਸਾਡੇ ਨਾਲ ਆਣ ਕੇ ਮਿਲੇ ਨਹੀਂ। ਅਤੇ ਉਸ ਰਵੱਈਏ ਨੂੰ ਕਿਵੇਂ ਦੇਖ ਰਹੇ ਹੋ ਲੋਕਾਂ? ਪਤਾ ਕੀ ਗੱਲ ਹੈ, ਜਿੱਦਣ ਨਹੀਂ ਵੀ ਗਏ ਨਾ ਉਹਨਾਂ ਦਾ ਗੁੱਸਾ ਜਾਇਜ਼ ਆ, ਲੇਕਿਨ ਕੁਛ ਨਾ ਉਹਨਾਂ ਨੂੰ ਫੋਨ ਆ ਗਿਆ ਸੀਗਾ, ਉਹਨਾਂ ਨੇ ਟਾਈਮ ਹੋਰ ਕਿਤੇ ਦਿੱਤਾ ਸੀ, ਇਸ ਕਰਕੇ ਕਾਹਲੀ 'ਚ ਆਪਾਂ ਨਿਕਲ ਗਏ। ਦੇਖੋ 2022 ਦੀਆਂ ਅਸੀਂ ਇੰਨੀ ਸਾਡੀ ਏਜ ਹੋ ਚੁੱਕੀ ਆ, ਅਸੀਂ ਸ਼ੁਰੂ ਦੇਖਦੇ ਆਉਂਦੇ ਹੈਗੇ ਆ। ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਸਾਨੂੰ ਜਿਹੜੇ ਵਿਧਾਇਕ ਨਜ਼ਰ ਆਉਂਦੇ ਨੇ, ਉਸ ਤੋਂ ਬਾਅਦ ਸਾਨੂੰ ਕੋਈ ਵਿਧਾਇਕ ਨਜ਼ਰ ਨਹੀਂ ਆਉਂਦਾ। ਜੇ ਅਸੀਂ ਉਹਨਾਂ ਦੇ ਦਫ਼ਤਰਾਂ 'ਚ ਵੀ ਜਾਂਦੇ ਹੈਗੇ ਆ ਅਤੇ ਉੱਥੇ ਵੀ ਸਾਨੂੰ ਕੋਈ ਮਿਲ ਕੇ ਰਾਜ਼ੀ ਨਹੀਂ ਹੁੰਦਾ, ਜਾਂਦੇ ਆ ਕਿ ਇਗਨੋਰ ਕੀਤਾ ਜਾਂਦਾ ਹੈ। ਦੂਜੀ ਚੀਜ਼ ਹੁੰਦੀ ਹੈ ਕਿ ਅਸੀਂ ਆਪਣਾ ਜੋ ਵੀ ਹੈਗਾ ਮੁਹੱਲੇ ਦੇ ਕੰਮ ਲੈ ਕੇ ਜਾਂਦੇ ਆ, ਕੋਈ ਪਰਸਨਲ ਬੰਦਾ ਆਪਣਾ ਕੰਮ ਲੈ ਕੇ ਉੱਥੇ ਨਹੀਂ ਜਾਂਦਾ। ਅਤੇ ਜੇ ਸਾਡੇ ਮੁਹੱਲਿਆਂ ਦੇ ਕੰਮ ਹੀ ਨਹੀਂ ਹੁੰਦੇ ਜਾਂ ਨਾ ਕੋਈ ਸੁਣਦਾ ਹੈਗਾ ਅਤੇ ਉੱਥੇ ਸਾਨੂੰ ਉਹ ਜਾਣ ਦਾ ਕੋਈ ਫਾਇਦਾ ਹੁੰਦਾ। ਅਸੀਂ ਵੀ ਆਪਣੀ ਉੱਥੇ ਜਾ ਕੇ ਇਨਸਲਟ ਸਮਝਦੇ ਹਾਂ। ਹੁਣ ਮਾਹੌਲ ਇਸ ਤਰ੍ਹਾਂ ਦਾ ਹੋਇਆ ਹੈ ਕਿ ਕਾਂਗਰਸ ਵੀ ਆਉਂਦੀ ਹੈ, BJP ਵੀ ਆਉਂਦੀ ਹੈ, ਅਕਾਲੀ ਵੀ ਆਉਂਦੇ ਨੇ, ਦੂਜੇ ਆਮ ਆਦਮੀ ਪਾਰਟੀ ਵੀ ਹੁਣ ਆਪਣਾ ਜ਼ੋਰ ਲਾਉਂਦੀ ਹੈਗੀ ਆ। ਅਕਾਲੀਆਂ ਨੂੰ ਵੀ ਦੇਖ ਲਿਆ, ਕਾਂਗਰਸ ਨੂੰ ਵੀ ਦੇਖ ਲਿਆ, BJP ਨੂੰ ਵੀ ਦੇਖ ਲਿਆ ਹੈਗਾ। ਇਸ ਵੇਲੇ ਹਰ ਬੰਦਾ ਜੋ ਹੈਗਾ ਆਪਣਾ ਚਾਹੁੰਦਾ ਹੈਗਾ ਕਿ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਆਪਣੇ ਮਹੱਲੇ ਦਾ ਜੋ ਕੰਮ ਹੈਗਾ ਉਹ ਕੀਤਾ ਜਾਵੇ, ਉਹ ਸੁਧਾਰਿਆ ਜਾਵੇ। ਕਿਹੜੇ ਵਿਧਾਇਕ ਨੇ ਇੱਥੇ ਤੁਹਾਡੇ ਏਰੀਏ ਦੇ?
ਪਹਿਲੇ ਚੰਦਨ ਗਰੇਵਾਲ ਸਾਡੇ ਵਿਧਾਇਕ ਨੇ ਜੋ ਕਿ ਨਿਊ ਇਲੈਕਟਰ ਆਪਣੇ ਹੋਣਾ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਮਿਲੀ ਹੈ, ਆਪਣੇ ਸੀਟ ਮਿਲੀ ਹੈਗੀ ਆ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਤੁਹਾਡੀਆਂ ਜੋ ਵੀ ਮੰਗਾਂ ਹੋਣਗੀਆਂ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਇੱਥੇ ਕਰਾਂਗੇ। ਜੋ ਕੰਮ ਨਹੀਂ, ਮੈਂ ਗੱਲ ਪੁੱਛੀ ਇੱਥੇ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਕਿਹੜੇ ਨੇ ਇੱਥੇ ਮੌਜੂਦਾ? ਇਸ ਵੇਲੇ ਮੌਜੂਦਾ ਵਿਧਾਇਕ ਜੀ ਰਜਿੰਦਰ ਬੇਰੀ ਨੇ, ਜੋ ਕਿ ਉਹ ਪਹਿਲਾਂ ਵੀ ਜਦੋਂ ਦੇ ਬਣੇ ਨੇ ਹਾਲੀ ਉਹ 2-3 ਵਾਰੀ ਇੱਥੇ ਮੁਹੱਲੇ ਦੇ ਵਿੱਚ ਆਏ ਨੇ ਜਾਂ ਹੁਣ ਚੱਕਰ ਕੱਟਦੇ ਪਏ ਨੇ। ਉਹਨਾਂ ਨੇ 1-2 ਮਹੀਨੇ ਪਹਿਲਾਂ ਜੋ ਕੰਮ ਸ਼ੁਰੂ ਕੀਤੇ ਨੇ 4-4.5 ਸਾਲ ਕੋਈ ਇਸ ਮੁਹੱਲੇ ਦਾ ਕੋਈ ਕੰਮ ਨਹੀਂ ਹੋਇਆ ਅੱਜ ਤੱਕ। ਮੈਂ ਇਹ ਦੇਖਦਾ ਵੀ ਜਿਹੜੀ ਸਰਕਾਰ ਹੁਣ ਚੱਲਦੀ ਆ ਇਹ ਲਾਰੇ ਵਾਲੀ ਸਰਕਾਰ ਆ, ਅਤੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਬੀਜੇਪੀ ਨੂੰ ਵੋਟ ਪਾਓ। ਇੱਕ ਸੱਚੇ ਕੈਂਡੀਡੇਟ ਹੈ, ਸੱਚੇ ਉਹ ਸ਼ੁਰੂ ਤੋਂ ਹੀ ਉਹਨਾਂ ਦਾ ਜਿਹੜਾ ਆਪਾਂ ਦੇਖਦੇ ਹਾਂ ਕੰਮ ਬਹੁਤ ਜ਼ਿਆਦਾ ਕੀਤਾ ਹੋਇਆ ਹੈ, ਖਾਸ ਕਰਕੇ ਕਮਲ ਵਿਹਾਰ ਵਾਸਤੇ ਔਰ ਆਪਣਾ ਠਾਕਰ ਸਿੰਘ ਕਲੋਨੀ ਬਸ਼ੀਰਪੁਰੇ ਵਾਸਤੇ। ਨਹੀਂ, ਲਾਰਿਆਂ ਵਾਲੀ ਸਰਕਾਰ ਕਿਉਂ ਕਿਹਾ ਗਿਆ ਇਹਨਾਂ ਨੂੰ? ਤੁਸੀਂ ਤੁਹਾਡੇ ਵੱਲੋਂ ਕਿ ਇਹ ਲਾਰਿਆਂ ਵਾਲੀ ਸਰਕਾਰ? ਦੇਖ ਲਓ ਹਜੇ ਵੀ ਜੋ ਵੀ ਲਾਰੇ ਉਹਨਾਂ ਲਾਇਆ ਹਜੇ ਕੋਈ ਪੂਰਾ ਨਹੀਂ ਕੀਤਾ। ਕਈ ਜਾਂਦੇ ਵੀ ਅਸੀਂ ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਪਰ ਹਜੇ ਪੂਰਾ ਨਹੀਂ ਹੋਇਆ। ਵਧੀਆ ਤਰੀਕੇ ਨਾਲ ਦੇਖ ਰਹੇ ਹਾਂ। ਕਾਂਗਰਸ ਪਾਰਟੀ ਨੇ ਕਾਫੀ ਕੰਮ ਇਸ ਇਲਾਕੇ 'ਚ ਕੀਤੇ ਹੈ ਤਾਂ ਉਹਨਾਂ ਨੂੰ ਵਧੀਆ ਹੰਗਾਰਾ ਮਿਲ ਰਿਹਾ, ਪਬਲਿਕ ਉਹਨਾਂ ਨਾਲ ਸਾਡੀ ਖੜੀ ਹੈ। ਸਰ ਕਈਆਂ ਪਾਸੇ ਤਾਂ ਆਪਾਂ ਗੱਲਬਾਤ ਕੀਤੀ ਕਿ ਇਹਨਾਂ ਨਾਲ ਕਈ ਗੁੱਸੇ ਨਾਰਾਜ਼ਗੀ ਨਾਲ ਵੀ ਚੱਲ ਰਹੇ ਆ ਕਿ ਸਾਡੇ ਕੰਮ ਨਹੀਂ ਹੋਏ। ਇਹ ਸਰਕਾਰ ਜਿਹੜੀ ਸੀਗੀ ਇੱਧਰਲੇ ਮੌਜੂਦਾ MLA ਸੀਗੇ, ਇਹ ਉਹਨਾਂ ਲੋਕਾਂ ਦੇ ਕੰਮ ਕਰ ਰਹੇ ਜਿਹੜੇ ਇਹਨਾਂ ਦੇ ਜਾਨਦਾਰ ਨੇ, ਕਿ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਨੇ, ਉਹਨਾਂ ਦੇ ਕੰਮ ਕਰ ਰਹੇ। ਸਾਡੇ ਨਾਲ ਇਹ ਵਿਤਕਰਾ ਕਿਉਂ ਕਰ ਰਹੇ ਨੇ? ਇੱਦਾਂ ਕੋਈ ਵਿਤਕਰਾ ਨਹੀਂ ਹੋ ਰਿਹਾ। ਬਸ਼ੀਰਪੁਰੇ ਵਿੱਚ ਵੀ ਸਾਰੇ ਕੰਮ ਇੱਧਰ ਆਪਣਾ ਠਾਕਰ ਸਿੰਘ ਕਲੋਨੀ 'ਚ ਆਪਣਾ 1 ਕਰੋੜ ਦੇ ਨੇੜੇ ਤੇੜੇ ਕੰਮ ਹੋਇਆ। ਇੱਧਰਲੇ ਪਾਸੇ ਵੀ ਮੇਨ ਸੜਕਾਂ ਸਾਰੀਆਂ ਬਣ ਚੁੱਕੀਆਂ, ਇੱਧਰਲੇ ਪਾਸੇ ਬਣ ਗਈਆਂ ਸੜਕਾਂ। ਕਮਲ ਵਿਹਾਰ ਦੀ ਸੜਕਾਂ ਮੇਨ ਬਣੀਆਂ। 1 ਕਰੋੜ 10 ਲੱਖ ਦਾ ਕੰਮ ਉੱਧਰ ਆਪਣਾ ਕਮਲ ਵਿਹਾਰ 'ਚ ਹੋਇਆ, 1 ਕਰੋੜ ਦੇ ਨੇੜੇ ਇੱਥੇ ਹੋਇਆ। ਬਾਕੀ ਆਪਣਾ ਆਪਣਾ ਰਾਇਲ ਇਨਕਲੇਵ ਵਿੱਚ ਕੰਮ ਚੱਲ ਰਿਹਾ ਸੜਕਾਂ ਦਾ, 45 ਲੱਖ ਦਾ ਕੰਮ ਉਹ ਹੋ ਰਿਹਾ। ਇੱਕ ਆਪਣਾ ਟੂਲ ਦਾ ਕੰਮ ਆਪਣਾ ਹੋਇਆ, ਕਮਲ ਵਿਹਾਰ 'ਚ ਟੂਲ ਦਾ ਆਪਣਾ ਕੰਮ ਚਾਲੂ ਆ, ਉਹ ਵੀ ਆਪਣਾ ਥੋੜ੍ਹੇ ਦਿਨਾਂ ਦਾ ਚਾਲੂ ਹੋਇਆ ਨੇ ਟੂਲ ਦਾ ਕੰਮ ਵੀ। ਠਾਕਰ ਸਿੰਘ ਕਲੋਨੀ ਦੀ ਕੋਈ ਗੱਲ ਕਰੀਏ ਹੁਣੀ ਸਾਨੂੰ ਕੋਈ ਦੱਸ ਕੇ ਗਿਆ ਕਿ ਉੱਥੇ ਦਾ ਸਾਡਾ ਕੰਮ ਕੁਛ ਵੀ ਨਹੀਂ ਕੀਤਾ ਗਿਆ। ਬਾਕੀ ਗਲੀਆਂ ਦੀ ਗੱਲ ਕਰ ਲਈਏ ਕਿ ਇਹ ਜਿਹੜੀਆਂ ਗਲੀਆਂ ਨੇ 2-3 ਮਹੀਨੇ ਤੋਂ ਹੀ ਬਣਨੀਆਂ ਸਟਾਰਟ ਹੋਈਆਂ ਸੀਗੀਆਂ, ਕਿ ਇਹ ਇਲੈਕਸ਼ਨ ਲਾਗੇ ਆ ਰਹੇ ਨੇ, ਕਿਵੇਂ ਦੇ? ਟੈਂਡਰ ਪਹਿਲਾਂ ਲੱਗਾ ਸੀਗਾ, ਇਹ 5-6 ਮਹੀਨੇ ਤੋਂ ਕੰਮ ਚੱਲ ਰਿਹਾ ਹੈਗਾ। ਹੁਣ ਥੋੜ੍ਹੀਆਂ ਗਲੀਆਂ ਜਿਹੜੀਆਂ ਰਹਿੰਦੀਆਂ ਸੀਗੀਆਂ ਉਹ ਹੁਣ ਬਾਕੀ ਚੱਲ ਰਿਹਾ ਕੰਮ। ਫਿਰ ਆਪਣਾ ਸਟਰੀਟ ਲਾਈਟ ਸਾਰੀਆਂ ਲੱਗ ਗਈਆਂ, ਪੁਰਾਣੀਆਂ ਲਾਈਟਾਂ ਲਾ ਕੇ ਸਟਰੀਟ ਲਾਈਟ ਸਾਰੀ ਜਿਹੜੀ ਨਵੀਂ ਲੱਗੀ ਹੈਗੀ। ਬੇਰੀ ਸਾਹਿਬ ਨੇ ਇੱਥੇ ਸਾਡੇ ਸੈਂਟਰ ਕੌਂਸਟੀਚੁਐਂਸੀ ਦੇ ਵਿੱਚ ਬਹੁਤ ਕੰਮ ਵਿਕਾਸ ਕੀਤਾ ਜੀ। ਉਹਨਾਂ ਨੇ ਪਾਰਟੀਬਾਜ਼ੀ ਵੀ ਨਹੀਂ ਕਦੇ ਕੀਤੀ। ਉਹਨਾਂ ਨੇ ਇਹ ਨਹੀਂ ਦੇਖਿਆ ਦੂਜੇ MLA ਵਾਂਗੂ ਵੀ ਇਹ ਕਾਂਗਰਸ ਦਾ ਹੈ BJP ਦਾ ਹੈ। ਉਹਨਾਂ ਨੇ ਐਂ ਭਰਪੂਰ ਸਮਰਥਨ ਦਿੱਤਾ ਸਾਰਿਆਂ ਨੂੰ। ਜਿਹਦਾ ਕੋਈ ਕੰਮ ਆ ਉਹਨਾਂ ਦਾ ਪੂਰਾ ਕੰਮ ਕਰਾ ਕੇ ਦਿੱਤਾ, ਸੜਕਾਂ ਬਣਾ ਕੇ ਦਿੱਤੀਆਂ। ਸੀਵਰੇਜ ਦੇ ਸਾਡੀ ਇੰਨੀ ਪ੍ਰੋਬਲਮ ਰਹੀ ਇੱਥੇ ਬਲੋਕੇਜ ਦੀ, ਸਾਨੂੰ ਸਕਸ਼ਨ ਮਸ਼ੀਨ ਮੰਗਾ ਕੇ ਦਿੱਤੀ ਅਤੇ ਅਸੀਂ ਉਹ ਸਾਰੇ ਮੁਹੱਲੇ ਦੇ ਵਿੱਚ ਸਕਸ਼ਨ ਮਸ਼ੀਨ ਨਾਲ ਸਾਰਾ ਇੱਕ ਵਾਰੀ ਸਾਫ਼ ਹੋ ਗਿਆ। 1.5 ਸਾਲ ਸਾਨੂੰ ਜ਼ਰੂਰਤ ਨਹੀਂ ਪਈ ਦੁਬਾਰਾ। ਸੂਰਿਆ ਐਨਕਲੇਵ ਦੇ ਵਿੱਚ ਇੱਕ ਘਰ ਆ ਜਾਂ ਉੱਥੇ ਮਹੱਲਾ ਹੀ ਲਾ ਲਓ, ਮਹੱਲਾ ਪੂਰਾ ਪਾਣੀ ਸੀਵਰੇਜ ਦੇ ਪਾਣੀ ਦੇ ਨਾਲ ਘਿਰਿਆ ਹੋਇਆ। ਉਹਨਾਂ ਦੇ ਘਰ ਵੀ ਡੁੱਬੇ ਹੋਏ ਨੇ ਪਾਣੀ ਦੇ ਵਿੱਚ। ਇੱਦਾਂ ਲੱਗਦਾ ਜਿੱਦਾਂ ਕੋਈ ਬੀਚ 'ਤੇ ਆ ਗਏ ਹੁੰਦੇ। ਉਹ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉੱਥੇ ਬੇਰੀ ਸਾਹਿਬ ਨੇ ਜਾ ਕੇ ਇੱਕ ਵਾਰੀ ਨਿਗਾਹ ਨਹੀਂ ਮਾਰੀ ਉੱਥੇ? ਨਹੀਂ ਉਹਨਾਂ ਨੇ ਦੇਖਿਆ ਵੀ ਆ ਉਹ ਸਾਰਾ ਉਹ ਨਾ ਕੰਮ ਚੱਲ ਰਿਹਾ। ਜੇ ਦੇਖਿਆ ਤਾਂ ਫਿਰ ਉੱਥੇ ਦਾ ਸੁਧਾਰ ਕਿਉਂ ਨਹੀਂ ਕੀਤਾ? ਉੱਥੇ ਕੰਮ ਸੁਧਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੰਮ ਉੱਥੇ ਵੀ। ਭਾਜੀ ਜੇ ਆਪਾਂ ਗੱਲਬਾਤ ਕਰੀਏ ਉਹਦਾ ਨਾ ਪਾਣੀ ਦਾ ਫਲੋ ਇੰਨਾ ਉੱਚਾ ਹੋ ਜਾਂਦਾ, 5 ਤੋਂ 6 ਫੁੱਟ ਉੱਚਾ ਚੱਲ ਜਾਂਦਾ ਪਾਣੀ ਦਾ ਫਲੋ ਉਹਦਾ। ਸੀਵਰੇਜ ਦਾ ਪਾਣੀ ਆ ਉਹ, ਅਤੇ ਉੱਥੇ ਕਈ ਵੇਲੇ ਪਾਣੀ ਦੇ ਫੁਹਾਰੇ ਚੱਲਦੇ ਹੁੰਦੇ ਆ। ਉਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਨਾ। ਹਾਂਜੀ ਦੱਸਣ ਤਾਂ ਨਹੀਂ, ਸਭ ਤੋਂ ਜ਼ਿਆਦਾ ਵਿਕਾਸ ਕੀਤਾ ਹੀ ਸੂਰਿਆ ਐਨਕਲੇਵ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਵਿੱਚ। ਉੱਥੇ ਜਿੰਨਾ ਵਿਕਾਸ ਉੱਥੇ ਕੀਤਾ ਹੋਰ ਕਿਤੇ ਕੀਤਾ ਹੀ ਨਹੀਂਗਾ। ਵਿਕਾਸ ਤਾਂ ਭਾਜੀ ਉੱਥੇ ਕਿਤੇ ਵੀ ਕੁਛ ਨਹੀਂ ਦਿਖ ਰਿਹਾ। ਨਹੀਂ ਜੀ, ਉੱਥੇ ਸੜਕਾਂ ਬਣ ਗਈਆਂ, ਸਟਰੀਟ ਲਾਈਟ ਸਾਰੇ ਪਾਸੇ ਲੱਗੀਆਂ ਹੋਈਆਂ। ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਵੱਡੀ ਪ੍ਰੋਬਲਮ ਆ, ਉਹ ਹੌਲੀ ਸੈੱਟ ਕਰਨ ਰਹੇ ਆ। ਉਹ ਜਿੱਦਾਂ ਕਾਰਪੋਰੇਸ਼ਨ ਇੱਕ ਥਾਂ ਤੇ ਕਰਦੀ ਉਹ ਦੂਜੇ ਪਾਸੇ ਖਰਾਬ ਹੋ ਜਾਂਦਾ। ਉਹ ਨਾ ਇੱਕ ਲਾਈਨ ਸਿਰ ਕਰ ਰਹੇ ਹੁਣ। ਜੇ ਗੱਲ ਕਰੀਏ ਉੱਥੇ 2 ਵਿਧਾਇਕ ਪੈਂਦੇ ਨੇ, ਇੱਧਰਲੀ ਸਾਈਡ ਨੌਰਥ ਦਾ ਹਲਕਾ, ਇੱਧਰਲੀ ਸਾਈਡ ਸੈਂਟਰ ਦਾ ਹਲਕਾ। ਜਦ ਕਿ 2 ਵਿਧਾਇਕਾਂ ਦੇ ਹੋਣ ਦੇ ਬਾਵਜੂਦ ਵੀ ਉੱਥੇ ਦੇ ਰੋਡ ਵੀ ਟੁੱਟੇ ਨੇ, ਉੱਥੇ ਸੀਵਰੇਜ ਦੀ ਸਮੱਸਿਆ ਬਹੁਤ ਆ। ਪਾਣੀ ਉਹਨਾਂ ਦੇ ਲੋਕਾਂ ਦੇ ਘਰ ਵੀ ਪੂਰੇ ਡੁੱਬੇ ਪਏ ਨੇ। ਉਹਨਾਂ ਨੂੰ ਚਾਹੀਦਾ ਕਿਤੇ ਨਾ ਕਿਤੇ, ਦੋਨਾਂ ਵਿਧਾਇਕਾਂ ਨੂੰ ਚਾਹੀਦਾ ਮਿਲ ਜੁਲ ਕੇ ਉਸ ਚੀਜ਼ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਹੀ ਉਹ ਲੋਕ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੱਲ ਕੱਢ ਰਹੇ ਆ। ਉਹਦਾ ਵਿਕਾਸ ਪਾਈਪਾਂ ਪੈ ਰਹੀਆਂ, ਉੱਥੇ ਕੰਮ ਚੱਲ ਰਿਹਾ। 2 ਕਰੋੜ ਦਾ ਕੰਮ ਚੱਲ ਰਿਹਾ ਜੀ। ਆਉਣ ਵਾਲੇ ਸਮੇਂ ਦੀ ਗੱਲ ਕਰਦੇ ਹੋ, 5 ਸਾਲ ਤਾਂ ਸਰਕਾਰ ਹੋਣਾ ਨਹੀਂ, ਉਹ ਕੰਮ ਚੱਲ ਰਿਹਾ ਆਲਰੇਡੀ। 2 ਕਰੋੜ ਦਾ ਸਾਰਾ ਕੰਮ ਤਾਂ ਉੱਥੇ ਚੱਲ ਰਿਹਾ ਜੀ, ਹੋ ਰਿਹਾ ਕੰਮ ਸਾਰੇ ਪਏ ਹੋਏ ਕੰਮ ਹੀ ਚੱਲਦਾ ਪਿਆ। बहुत सम्मानपूर्वक हो रहा, कोई लड़ाई नहीं, कोई झगड़ा नहीं। कोरोना के दौरान जिस हिसाब से जो सरकार ने, प्रशासन ने इस इलाके में कानून व्यवस्था किया है, उसी मुताबिक
इस इलाके में चुनाव प्रचार हो रहा है और अच्छी गति से हो रहा, सबका है। रमन अरोड़ा भी कर रहा है और चंदन अग्रवाल जी का भी चल रहा है और कालिया साहब का भी चल रहा है और राजेंद्र बेरी जी जो हमारे सेंट्रल हल्के के विधायक हैं उनका भी चुनाव प्रचार जोरों शोरों पर चल रहा है। ਕਿਹੜੀ ਸਰਕਾਰ ਤੁਹਾਨੂੰ ਕੀ ਲੱਗਦਾ ਕਿ ਇੱਥੇ ਕਿਹੜੇ ਵਿਧਾਇਕ ਜਿਹੜੇ ਆਪਣੇ ਪੈਰ ਜਮਾ ਸਕਣਗੇ ਸੈਂਟਰ ਹਲਕੇ ਦੇ ਵਿੱਚ? विधायक तो श्री राजेंद्र बेरी जी सेंट्रल हल्के से अपना पैर जमाएंगे। उसका भी रीज़न है कि चन्नी साहब जो 111 दिन का मौका उनको मिला पंजाब में मुख्यमंत्री के रूप में, एक तो वो हमारे समाज से एसी समाज से और बीसी समाज भी उनके साथ जुड़ा हुआ और देश और दुनिया में नाम करने वाला जो पंजाब मुल्क है वहाँ पर हमारे सिर्फ चन्नी साहब हैं। इसके करके सेंट्रल हल्का यहाँ एसी भी और बीसी समाज भी है और जनरल समाज भी है, सभी ने बेरी साहब को ज़्यादा से ज़्यादा वोट पाकर इस बार उनको विजयी बनाएगा। ਚੰਨੀ ਸਾਹਿਬ ਦੇ 111 ਦਿਨ ਤਾਂ ਤੁਹਾਨੂੰ ਦਿਖ ਰਹੇ ਆ, ਜਿਹੜੇ ਪਿਛਲੇ 4.5 ਸਾਲ ਸੀਗੇ ਜੇ ਗੱਲ ਕਰੀਏ ਕੈਪਟਨ ਸਾਹਿਬ ਦੇ, ਉਹਨਾਂ ਦਾ ਰਵੱਈਆ ਕਿਵੇਂ ਹੋ ਜਾ ਰਿਹਾ ਕਿ ਸਰਕਾਰ ਲਈ ਕਿ ਉਹ ਮੁਜ਼ੱਫਰ ਹੈ ਕਿ ਸਰਕਾਰ ਇੱਥੇ ਆਵੇਗੀ ਕਾਂਗਰਸ ਸਰਕਾਰ ਉਹਨਾਂ ਨੂੰ ਦੇਖ ਕੇ? उनका रवैया ठीक होता तो उनको कांग्रेस से बाहर नहीं जाना पड़ता। ਹੋ ਸਕਦਾ ਹੈ ਕੋਈ ਨਾ ਕੋਈ ਪਲੈਨਿੰਗ ਵੀ ਹੋਵੇ ਇਹਨਾਂ ਦੀ ਰਾਜਨੀਤੀ ਵਾਲਿਆਂ ਦੀ ਕਿ 4.5 ਸਾਲ ਦਾ ਉਹਨਾਂ ਨੂੰ ਆਪ ਹੀ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਹੋਵੇ। नहीं, इस्तीफा देने ਨੂੰ मजबूर नहीं कर देता। ਜਦੋਂ वो जनता में या एमएलए के द्वारा पंजाब में काम नहीं हुआ तो सभी एमएलए इकट्ठे हो गए। जब एमएलए का काम मान लो हमारे इलाका सेंटर हल्का है और श्री राजेंद्र बेरी जी सरकार से कुछ ले आके इस हल्के में काम नहीं करेंगे तो उनको पसंद कौन करेगा? आज उन्होंने जब से कैप्टन साहब इस पार्टी से निकले हैं, बाहर गए हैं, इतने ग्रांड आए हैं, इतने लोगों को सुविधा मिली है, सड़का सीवरेज गलियाँ नलियाँ और लोगों को ग्रांड मंदिर और जो गुरुद्वारे सबको ग्रांड दिया गया है। बेरी साहब लेके आए वहाँ से, मुख्यमंत्री हमारा अच्छा रहा तभी तो आया है। कैप्टन साहब ने 4.5 साल में नहीं दिया तभी तो उनको इस्तीफा दे के बाहर जाना पड़ा। ਕਿ ਤੁਹਾਨੂੰ ਕੀ ਲੱਗਦਾ ਬੇਰੀ ਸਾਹਿਬ ਤੁਹਾਡੀਆਂ ਹੁਣ ਜਿਹੜੇ 5 ਸਾਲ ਅਗਲੇ ਆਣਗੇ ਕਿ ਉਹ 'ਚ ਫਿਰ ਤੁਹਾਡੀਆਂ ਜਿਹੜੀਆਂ ਮੰਗਾਂ ਦੇ ਉੱਤੇ ਖਰੇ ਉਤਰਨਗੇ ਕਿ ਤੁਹਾਡੀ ਉਹ ਮਦਦ ਕਰਦੇ ਰਹਿਣਗੇ ਜਾਂ ਤੁਹਾਡੇ ਜਿਹੜੇ ਇੱਥੇ ਕੰਮ ਜਿਹੜੇ ਬਾਕੀ ਰਹਿਣਗੇ ਕਿ ਉਹ ਪੂਰੇ ਕਰਵਾਉਣਗੇ? बड़ा अच्छा सवाल आपका रहा। 5 साल तो उनको सीखने में लग गया, एमएलए बनकर सीखने में लगा, लेकिन उसमें सीखते सीखते भी उन्होंने बहुत काम किया। अब जब इतना अच्छा सीख गए हैं तो अगला 5 साल जो होगा इस सेंट्रल हल्के के लिए वरदान होगा कि बेरी साहब ने और भी इलाके को चमकाना है। ਕਿ ਉਹ ਇੱਥੇ ਬਣ ਸਕਣਗੇ ਕਿ ਐਮਐਲਏ ਕੇ ਇੱਥੇ ਦੇ ਵਿਧਾਇਕ ਬਣ ਸਕਣਗੇ? 1108% बनेंगे विधायक जी राजेंद्र बेरी जी। इतना लोगों का रिस्पॉन्स आ रहा। मैं समाज सेवक के रूप में काम करता हूँ, मेरे पास लोग आते हैं और लोग कहते हैं कि बेरी साहब बहुत अच्छा नेक दिल इंसान है। ਬਾਕੀ ਮਹੱਲਿਆਂ ਦੀ ਗੱਲ ਕਰੀਏ, ਬਾਕੀ ਮਹੱਲਿਆਂ ਦਾ ਇਹ ਗੱਲ ਕਹਿਣੀ ਹੈ ਕਿ ਬੇਰੀ ਸਾਹਿਬ ਸਾਡੇ ਮਹੱਲੇ ਦੇ ਵਿੱਚ ਆਣ ਕੇ ਬੜੇ ਨਹੀਂ 5 ਸਾਲਾਂ ਦੇ ਵਿੱਚ ਕਿ ਇਹੋ ਜਿਹਾ ਰਵੱਈਆ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਕੀਤਾ ਕਿ ਇਹ ਸਹੀ ਸੀਗਾ ਉਹਨਾਂ ਲਈ? नहीं, ऐसा तो कुछ हुआ नहीं। बेरी साहब दुख और सुख में सबके घर गए हैं, हर जगह जगह समय समय जब मिला वो आए और मैंने भी जाके उनके दफ्तर में जब देखा 9 बजे से 11 बजे तक वो दफ्तर में बैठते हैं और लोगों की सुनवाई करते हैं। उन्होंने कभी पार्टीबाजी काम नहीं किया, कोई अकाली और कोई बीजेपी कोई किसी को नहीं देखा कि ये कांग्रेस का, वो सबका देखा। कांग्रेस का काम वर्कर कहते हैं कि हमको ना सुन के बीजेपी अकाली को सुना है, इस करके कुछ वर्कर नाराज़ हुए थे, लेकिन वर्करों को मना लिया बेरी साहब ने। और सेंट्रल हल्के में धुआंधार बेरी साहब का जो रुझान है बेरी साहब के हक में है। बेरी साहब लीड करके जीतेंगे इस इलाके से। ਅਸੀਂ ਆਏ ਸੀਗੇ ਇੱਥੇ ਸੈਂਟਰ ਹਲਕੇ ਦੇ ਲੋਕਾਂ ਨਾਲ ਗੱਲਬਾਤ ਜਦੋਂ ਕੀਤੀ ਕਿ ਕਈਆਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਨੂੰ ਸਪੋਰਟ ਕਰਾਂਗੇ, ਕੋਈ ਕਹਿੰਦੇ ਆ ਬੀਜੇਪੀ ਨੂੰ ਸਪੋਰਟ ਕਰਾਂਗੇ, ਕਈ ਲੋਕ ਕਹਿੰਦੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਈ ਅਕਾਲੀ ਦਲ ਦੇ ਹੱਕ ਦੇ ਵਿੱਚ ਉਤਰੇ ਨੇ। ਸੋ ਆਪਾਂ ਹੁਣ ਲੋਕਾਂ ਦੇ ਜਿਹੜੇ ਵਿਊ ਆ ਜਾਣ ਲਏ ਨੇ ਕਿ ਹੁਣ ਦੇਖਦੇ ਆ ਕਿ 2022 ਦੀ ਸਰਕਾਰ ਦੇ ਵਿੱਚ ਕਿਹੜੀ ਸਰਕਾਰ ਆਪਣੇ ਪੈਰ ਜਮਾ ਸਕਦੀ ਹੈ। ਸੋ ਹੁਣ ਤੱਕ ਲਈ ਜੁੜੇ ਰਹਿਣ ਲਈ ਧੰਨਵਾਦ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਮੈਂ ਹਾਂ ਸਾਜਨ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9915043150